ਮੇਰੇ ਨਾਲ ਜੀ ਹੁਣ ਉਹ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਆਪਾਂ ਦੂਜਾ ਲੰਬਰਦਾਰ ਸੱਦੀਦਾ, ਲੰਬਰਦਾਰ ਨੰਬਰ 2 MLSS ਵਾਲਿਆਂ ਦਾ। ਤੁਹਾਨੂੰ ਉਦਣ ਰਾਤ ਨੂੰ ਮੈਂ ਰਣਧੀਰ ਸਿੰਘ ਨਾਲ ਮਿਲਾਇਆ ਸੀਗਾ, ਜਿਨ੍ਹਾਂ ਨੇ ਗੱਲ ਕੀਤੀ ਸੀਗੀ ਉਹਨਾਂ ਦੀ ਚੈਰਿਟੀ ਬਾਰੇ। ਅਤੇ ਇਹ ਜੀ ਲੰਬਰਦਾਰ ਸਾਡੇ ਸੁਖਦੀਪ ਸਿੰਘ ਜੀ। ਪਹਿਲਾਂ ਤਾਂ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੂੰ ਲੰਬਰਦਾਰ ਆਪਾਂ ਤਾਂ ਸੱਦਦੇ ਹਾਂ ਜੀ ਬਿਕੋਜ਼ ਇਹ ਜ਼ਿਆਦਾ ਇੰਡੀਆ ਦੇ ਆਪਰੇਸ਼ਨ 'ਚ ਇਨਵੋਲਵਡ ਆ। ਮੇਰਾ ਖਿਆਲ ਇੰਨਾ ਟਾਈਮ ਇੰਗਲੈਂਡ 'ਚ ਨਹੀਂ ਸਪੈਂਡ ਕਰਦੇ ਜਿੰਨੀ ਇੰਡੀਆ 'ਚ ਕਰਦੇ ਆ। ਸੁਖਦੀਪ, ਸਾਨੂੰ ਦੱਸੋ ਅਬਾਊਟ ਦ ਵਰਕ ਯੂ ਡੂ। ਤੁਸੀਂ ਇੰਡੀਆ 'ਚ ਕੀ ਕਰਦੇ ਹੋ? So there's a few projects that we've got running in India. There's the Old People's Home, GN 550, which I think you touched on last time. और ਆਪਾਂ ਜਾਵਾਂਗੇ ਵੀ ਹਾਂਜੀ। And then there's the project in Rajasthan. Again, that's the Old People's Homes. And then we band ration on monthly basis to a number of families. General load band parwa raha ji. And then obviously now more recently it's the helping the farmers protest ਜਿਹੜਾ ਹੁਣ ਇੰਡੀਆ ਹੁਣ ਮੇਰੇ ਖਿਆਲ ਹੁਣ 100 ਦਿਨ ਲਾਗੇ ਹੋਣ ਲੱਗਾ ਹੈ ਆਪਣਾ ਉੱਥੇ ਵੀ ਹੁਣ ਦੋ ਪਾਸੇ ਸੇਵਾ ਸਿੰਘੂ ਬਾਰਡਰ ਤੇ ਤਿੱਕਰੀ ਬਾਰਡਰ ਤੇ ਸੇਵਾ ਸ਼ੁਰੂ ਕੀਤੀ ਸੀਗੀ ਜੀ। ਉਹ ਹਾਲੇ ਚੱਲਦੀ ਆ। ਇਟਸ ਰਾਸ਼ਨ ਦੀ, ਪਾਣੀ ਦੀ, ਕੱਪੜਿਆਂ ਦੀ ਉਹ ਚੱਲੀ ਜਾਂਦੀ ਹੁਣ ਭਾਜੀ। ਜੋ ਰਾਸ਼ਨ ਦੀ ਸੇਵਾ ਆ, ਲੰਗਰਾਂ ਦੀ ਸੇਵਾ ਆ, ਉਹ ਤਾਂ ਆਪਾਂ ਦੇਖੀਦਾ ਆ, ਹੈ ਨਾ, ਕਿ ਬਹੁਤ ਚੈਰਿਟੀਆਂ ਕਰ ਰਹੀਆਂ, ਬਹੁਤ ਅੱਛਾ ਕੰਮ ਕਰ ਰਹੀਆਂ, ਹੈ ਨਾ। ਦੈਟਸ ਨੋਟ ਐਨੀਥਿੰਗ that we're seeing is new. That's like a continuation of what's been happening. And farmer ਤਾਂ ਆਪ ਕਹਿੰਦੇ ਕਿ ਸਾਡੇ ਕੋਲ ਰਾਸ਼ਨ ਬਹੁਤ ਹੈ, 5 ਸਾਲ ਜੋਗਾ ਰਾਸ਼ਨ ਆ। ਸੋ ਤੁਸੀਂ ਕਿਉਂ ਡਿਸਾਈਡ ਕੀਤਾ ਕਿ we're doing something different, ਕਿ ਆਪਾਂ ਉਹ ਪਰਿਵਾਰਾਂ ਦੀ ਹੈਲਪ ਕਰਨੀ ਜਿਨ੍ਹਾਂ ਦੀ ਫੈਮਲੀਆਂ ਸ਼ਹੀਦ ਹੋਈਆਂ ਮੋਰਚੇ ਦੇ? What made you to go on that side? Is there not enough support for them out there? ਗੱਲ ਤਾਂ ਇਹ ਹੁਣ ਜਿਹੜੀ ਹੁਣ ਉੱਥੇ ਹੁਣ ਮੇਰੇ ਖਿਆਲ 225 ਤੋਂ ਉੱਤੇ ਹੋ ਗਏ ਸ਼ਹੀਦ ਪਰਿਵਾਰ ਜਿਹਨੇ ਉੱਥੇ ਮੋਰਚੇ ਦੇ ਵਿੱਚ ਆਪਣੇ ਫੈਮਿਲੀ ਮੈਂਬਰ ਜਿੱਦਾਂ ਹੁਣ ਸ਼ਹੀਦ ਹੋਏ ਆ ਜੀ। ਹੁਣ ਉਹਨਾਂ ਸਾਰਿਆਂ ਨੂੰ ਹੈਲਪ ਤਾਂ ਮਿਲਣੀ ਨਹੀਂ ਜੀ। ਹੁਣ ਜਿਹੜੇ ਹੁਣ ਅਸੀਂ ਹੁਣ ਇਹ ਪ੍ਰੋਗਰਾਮ ਸ਼ੁਰੂ ਕੀਤਾ ਆ ਰੈਕਗਨਾਈਜ਼ ਵਨ ਦੇ ਨਾਲ ਜੀ, ਇਹ ਸੀਗਾ ਜਿਹੜਾ ਹੁਣ ਅਸੀਂ ਇਹ ਜਿਹੜੇ ਪਰਿਵਾਰ ਆ ਉਹਨਾਂ ਨੂੰ ਹੁਣ ਇਹ ਸਿੰਪਲ ਇੱਕ ਵਾਰੀ ਨਹੀਂ ਉਹਨਾਂ ਨੂੰ ਜਿੱਦਾਂ ਮਰਜ਼ੀ ਹੈਲਪ ਕਰਕੇ ਦੇ ਦਈਏ। ਇਹ ਲੌਂਗ ਟਰਮ ਆਬਜੈਕਟਿਵ ਦਾ ਹੈਗਾ। ਇਹ ਹੁਣ ਉਹਨੇ ਫੈਮਿਲੀ ਦੀ ਸਪੋਰਟ ਕਰੀਏ। ਜਿੱਦਾਂ ਹੁਣ ਪਹਿਲਾਂ ਸ਼ੁਰੂ ਤੋਂ ਜਿੱਦਾਂ ਪ੍ਰੋਗਰਾਮ ਬਣਾਈਏ, ਜਿੱਦਾਂ ਹੁਣ ਐਜੂਕੇਸ਼ਨ ਹੋਵੇ ਜਾਂ ਘਰ ਵਾਸਤੇ ਜਾਂ ਰਾਸ਼ਨ, ਜੇ ਹੁਣ ਜੋ ਲੋੜ ਹੋਵੇ ਉਹਦਾ ਕੋਈ ਸਿਸਟਮ ਬਣਿਆ ਜਾਵੇ ਜਿਹੜਾ ਉਹ ਲੌਂਗ ਟਰਮ ਉਹਨਾਂ ਦੇ ਆਬਜੈਕਟਿਵ ਫੁਲਫਿਲ ਹੋ ਸਕਦੇ, ਜਿੱਦਾਂ ਸੈਲਫ ਸਫੀਸ਼ੀਐਂਟ ਹੋ ਸਕੇ। ਤਾਂ ਕੀ ਪ੍ਰੋਬਲਮ ਆਇਆ ਉਹਨਾਂ ਨੂੰ? ਆਪਾਂ ਵੀਡੀਓ 'ਚ ਜਿੱਦਾਂ ਦੇਖਿਆ ਹੀ ਹੈ ਕਿ ਹੁਣ ਕਈ ਪਰਿਵਾਰਾਂ ਦੇ ਕਿ ਜੋ ਮੇਨ ਆਮਦਨੀ ਦਾ ਸੋਰਸ ਸੀਗਾ ਉਹ ਹੁਣ ਨਹੀਂ ਰਹੇ, ਐਂਡ ਦੇਵ ਗੋਟ ਨੋ ਇਨਕਮ ਲੈਫਟ, ਹੈ ਨਾ। ਦੇਵ ਗੋਟ ਔਰ ਜਵਾਨ ਲੜਕੀਆਂ ਵਿਆਹੁਣ ਵਾਲੀਆਂ ਜਾਂ ਜਵਾਨ ਬੱਚੇ ਪੜ੍ਹਾਉਣ ਵਾਲੇ ਜਾਂ ਛੋਟੇ ਬੱਚੇ ਪੜ੍ਹਾਉਣ ਵਾਲੇ ਆ, what ਖਰਚੇ do they generally have and what needs do they have? See, there's a team in India that's been going out to the families who have passed away during the morcha. So far we've covered areas in Fatehgarh Sahib and in Sangrur. There's been about I think 7 to 10 families who have been visited. And families ਇਹ ਵੀ ਹੈਗੀਆਂ ਜਿਹੜਾ ਹੱਥ ਜੋੜ ਕੇ ਬੇਨਤੀ ਕਰਦੇ ਕਹਿੰਦੇ ਸਾਨੂੰ ਕੋਈ ਮਦਦ ਦੀ ਲੋੜ ਨਹੀਂ ਗੀ, ਅਸੀਂ ਠੀਕ ਆ, ਤੁਹਾਨੂੰ ਧੰਨਵਾਦ ਤੁਹਾਡਾ ਆਉਣ ਦਾ, ਪਰ ਸਾਨੂੰ ਜਿੱਦਾਂ ਕੋਈ ਲੋੜ ਨਹੀਂ ਗੀ। ਅੱਛਾ, ਕੋਈ ਇੱਦਾਂ ਦੇ ਫੈਮਿਲੀ 'ਚ ਜਿਹਨਾਂ ਨੇ ਕਿਹਾ ਕਿ ਸਾਨੂੰ ਲੋੜ ਨਹੀਂ ਹੈਗੀ? ਹੈਗੇ ਹਾਂਜੀ। ਹੁਣ ਤੁਸੀਂ ਦੇਖ ਲਓ, ਹੁਣ ਮੈਂ ਕਿਹਾ 7 ਫੈਮਲੀਆਂ ਦੇ ਵਿੱਚੋਂ 5 ਦਿਨਾਂ ਤੱਕ ਮਨਾ ਕਰਤਾ ਸਾਨੂੰ ਲੋੜ ਹੈਲਪ ਦੀ ਲੋੜ ਨਹੀਂ ਗੀ। ਉਹਨਾਂ ਕਰਤਾ। ਹੁਣ ਜਿਹੜੇ ਹੁਣ 2 ਵੀਡੀਓ ਤੁਸੀਂ ਦੇਖਣ ਲੱਗੇ ਆ ਉਹਨਾਂ ਦੇ ਵਿੱਚ ਹੈਗੇ ਪਰਿਵਾਰ ਜਿਨ੍ਹਾਂ ਦੇ ਵਿੱਚ ਉਹ ਸਿਰਫ ਸਿੰਗਲ ਬ੍ਰੈਡ ਵਿਨਰ ਸੀਗਾ, ਉਹਨਾਂ ਦੇ ਕਾਬਜੇ ਵੀ ਚੱਕੇ ਹੋਏ ਆ ਜੀ, ਤੇ ਉਹਨਾਂ ਦੇ ਮਕਾਨ ਵੀ ਇੰਨੇ ਵਧੀਆ ਹੈਗੇ। The standard of living is quite less to what we sort of accept for ourselves and for anybody else. So they need to be helped. Yeah, definitely. I mean, the 2 families that you'll see, they've both got children of education ages. They've got one of the families has got a daughter who was fully reliant on her father for everything. And he's no longer around. They on ਇਹ ਪ੍ਰੋਗਰਾਮ ਇਹ ਨਹੀਂ ਗਾ ਹੁਣ ਸਿਰਫ ਪੈਸੇ ਫੜਾ ਕੇ ਅਸੀਂ ਮੁੜ ਆਈਏ। ਪ੍ਰੋਗਰਾਮ ਇੱਦਾਂ ਸੀ ਹੁਣ ਅੱਗੇ ਹੁਣ ਉਹ ਜਿਹੜੀ ਲੜਕੀ ਉਹਦਾ ਐਜੂਕੇਸ਼ਨ ਦੇਖੀਏ, ਗਾਂ ਵਾਸਤੇ ਉਹਦਾ ਵਿਆਹ ਦਾ ਕੋਈ ਪ੍ਰੋਗਰਾਮ ਬਣਨਾ ਹੋਵੇ, ਜੇ ਹੁਣ ਮਦਰ ਹੈ ਉਹਨਾਂ ਕੋਈ ਇਨਕਮ ਮੰਥਲੀ ਦੇ ਹਿਸਾਬ ਦੇ ਨਾਲ ਉਹਦੀ ਕੋਈ ਰਹਿਣ ਵਾਸਤੇ, ਰਾਸ਼ਨ ਵਾਸਤੇ, ਘਰ ਚਲਾਉਣ ਵਾਸਤੇ ਉਹਦੀ ਇਨਕਮ ਹੋਵੇ। ਇਹ ਹੁਣ ਪ੍ਰੋਗਰਾਮ ਅਸੀਂ ਪੂਰਾ ਇਨਵੈਸਟੀਗੇਸ਼ਨ ਕਰਕੇ ਫਿਰ ਉਸ ਤਰੀਕੇ ਦੇ ਨਾਲ ਅਸੀਂ ਜਿੱਦਾਂ ਪ੍ਰੋਗਰਾਮ ਤੁਹਾਨੂੰ ਸ਼ੇਅਰ ਪੂਰਾ ਕਰਾਂਗੇ। ਜਿੱਦਾਂ ਹੁਣ ਅਸੀਂ ਇੱਦਾਂ ਸਿਸਟਮ ਬਣਾਇਆ ਆ, ਅਸੀਂ ਅੱਗੇ ਵਾਸਤੇ ਇੱਦਾਂ ਅਸੀਂ ਪੈਸੇ ਖਰਚਣੇ ਆ, ਇੰਨਾ ਸਾਡਾ ਐਜੂਕੇਸ਼ਨ ਲੱਗਣਾ, ਇੰਨਾ ਘਰ ਦੀ ਜਿੱਦਾਂ ਹੁਣ ਘਰ ਚਲਾਉਣ ਨੂੰ ਪੈਸੇ ਚਾਹੀਦੇ ਆ। ਸੋ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਜੀ ਕਿ ਇਹਨਾਂ ਨੇ ਇੱਕਦਮ ਪੈਸੇ ਨਹੀਂ,
ਕਿਸੇ ਨੂੰ ਫੜਾਉਣਾ ਕਿ ਆਹ ਲਓ ਜੀ 10 ਲੱਖ, ਆਹ ਲਓ 15 ਲੱਖ, ਪਰ ਇਹਨਾਂ ਨੇ ਜੋ ਲੋੜਾਂ ਦੇ ਮੁਤਾਬਕ ਆ ਜੀ ਪੈਸੇ ਦੇਣੇ ਆ। ਸੋ ਜੇ ਕਿਸੇ ਨੂੰ ਪੜ੍ਹਾਈ ਦੀ ਫੀਸ ਦੇ ਪੈਸੇ ਦੇਣੇ ਤਾਂ ਫਿਰ ਤੁਸੀਂ ਕਾਲਜ ਨੂੰ ਉਹਨਾਂ ਦੇ ਪੈਸੇ ਦੋਗੇ, ਸਿੱਧੇ ਕਾਲਜ ਨੂੰ, ਤੇ ਤੁਸੀਂ ਮੰਥਲੀ ਜਿਹੜੇ ਵਿਧਵਾਵਾਂ ਹੋ ਗਈਆਂ ਉਹਨਾਂ ਨੂੰ ਮੰਥਲੀ ਅਲਾਵੈਂਸ ਦੋਗੇ ਤਾਂ ਕਿ ਉਹਨਾਂ ਦੀ ਪੂਰੀ ਜ਼ਿੰਦਗੀ ਤੱਕ ਪੈਸੇ ਕੱਟ ਹੋ ਜਾਣ। ਨਹੀਂ ਤਾਂ ਫਿਰ ਜੇ ਇਕੱਠੇ 10-15 ਲੱਖ ਫੜਾ, ਤੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦਾ, ਜੇ ਕਿਸੇ ਨੂੰ 10-15 ਲੱਖ ਤੁਸੀਂ ਇਕੱਠੇ ਫੜਾ ਦਿਓ, ਪਹਿਲਾਂ ਤਾਂ ਰਿਸ਼ਤੇਦਾਰ ਹੀ ਨਹੀਂ ਛੱਡਦੇ, ਸਾਰੇ ਆ ਜਾਂਦੇ ਫਿਰ ਕਿ ਸਾਨੂੰ ਵੀ ਦੇ, ਤੁਹਾਨੂੰ 15 ਲੱਖ ਆਏ, ਫਿਰ ਆਪਣੇ ਪੱਲੇ ਤਾਂ ਕੱਖ ਨਹੀਂ ਪੈਂਦਾ ਉਹਨਾਂ ਦੇ। ਤੇ ਆਲਸੋ ਉਹਦੇ ਵਿੱਚ ਇਹ ਆ ਕਿ ਕਈ ਵਾਰੀ ਉਹ ਪੈਸੇ ਮਿਸਯੂਜ਼ ਹੋ ਜਾਂਦੇ ਆ ਕਿ ਆਪਾਂ ਪੈਸੇ we pay it off and then we've got nothing for the future. We're back at square one where we are. I think that's what you've got to do, right? That's the sort of groundwork that you're doing at the moment. I think a lot of the viewers will be aware of the problems in India in terms of when you're associating money and trying to associate charity with it. You'll get people who are coming and asking for things that aren't required. Yeah. People make a situation bigger than it actually is. So the idea behind the program is that we've got a team on the ground who will fully investigate the requirements of these families and make sure that the support is long term. Yeah. It's not just a one-off payment and you're out of the door. It's making sure that we're getting regular feedback. For example, if you're paying for an education, you've got feedback from the college, you're talking to the teachers, you're understanding how far that education is going. I think in some families it's been highlighted that there's very little jameen or land, so they've got no substance to live from. So it's enabling skills that the youngsters can enable themselves to produce an income and to support themselves, to enable themselves and their families to survive. How much money have you given out so far? Nothing. You've given out nothing? So it's all sitting in your bank? ਆਪਾਂ ਸਟੇਟਮੈਂਟਾਂ ਦੇਖਣੀਆਂ ਹਾਂ ਚੰਗੀ ਤਰ੍ਹਾਂ। ਮੈਂ ਹੁਣ ਇੱਥੇ ਬੈਂਕ ਹੀ ਚੱਲਣੇ ਆ ਤੋਂ ਬਾਅਦ ਤਾਂ ਫਿਰ ਇਹਨਾਂ ਦੇ ਅਕਾਊਂਟਸ ਦੇਖਣੇ ਕਿ ਪੈਸੇ ਹੈਗੇ ਆ, ਪਰ ਹਜੇ ਤੱਕ ਇਹਨਾਂ ਨੇ ਕੁਝ ਪੈਸਾ ਨਹੀਂ ਵੰਡਿਆ। When are you likely to start handing out this money? I mean, it's still in early stages, but I think we've got a timeline over the next 4 weeks that we're going to start the program. Right, and what I would request is when you do hand out the money, that you make a video of it, and you also give us the amounts. Let us know who these people are that you're handing it out to, because we have to answer back to the Sangat, who we requested the money from, and all for ਜ਼ਿੰਮੇਵਾਰੀ ਆਪਾਂ ਤੈਨੂੰ ਦੇ ਰਹੇ ਹਾਂ ਉਸ ਚੀਜ਼ ਤੇ, ਠੀਕ ਹੈ? It's a big ਜ਼ਿੰਮੇਵਾਰੀ, but you got the shoulders for it. So ਆਪਾਂ ਇਹ ਹੁਣ ਦੇਖੋ ਸਾਰਿਆਂ ਨੂੰ ਕਹਿਤਾ ਹੁਣ ਇਹਦੇ 'ਚ, ਤੇ ਇਹ ਤੇਰੀ ਜ਼ਿੰਮੇਵਾਰੀ ਆ ਕਿ ਤੁਸੀਂ ਸਾਨੂੰ ਅਪ ਟੂ ਡੇਟ ਰੱਖਣਾ ਆ ਵਾਇਆ ਦ ਰੈਕਗਨਾਈਜ਼ ਵਨ ਸ਼ੋ, ਕਿ ਆਪਾਂ ਲੋਕਾਂ ਨੂੰ ਦੱਸਣਾ, ਸੰਗਤ ਨੂੰ ਇਹ ਦੱਸਣਾ ਕਿ ਤੁਹਾਡੇ ਪੈਸੇ ਗਏ ਕਿੱਥੇ, ਕਿੰਨੇ ਚਿਰ ਲਈ ਜਾ ਰਹੇ ਆ, ਕਿੱਦਾਂ ਜਾ ਰਹੇ ਆ, ਐਂਡ in what amounts they're going and how they're making a difference to people's lives. Essentially, ultimately, are you going to end up helping all the 225 parivars, or how much do you think you'll be helping? I think that's a question that we can't answer at the moment. There's 225 on the current list we've got. We've only scratched the surface. So on Maharaj di kirpa de naal, we can help as many as we possibly can. I think that's the main aim of this project. And just touching on the fact of I think the biggest thing for all of us here is the transparency of how that money is being spent, who's being helped, and actually what impact that help is having as well. Because it's important to see where that support goes, and I think that's one of the main points of having this 12-week show, so that you keep informed and updated with what's going on. Exactly. So ਸਾਡਾ 12 ਹਫ਼ਤਿਆਂ ਦਾ ਮਕਸਦ ਹੀ ਇਹੀ ਆ ਕਿ ਆਪਾਂ ਤੁਹਾਨੂੰ ਹਰ ਹਫ਼ਤੇ ਦੱਸੀਏ ਜੀ ਕਿ ਉਹ ਪੈਸੇ ਇੱਥੇ ਗਏ ਆ ਜਾਂ ਇੱਥੇ ਲੱਗੇ ਆ ਜਾਂ ਆਹ ਪਰਿਵਾਰ ਨੂੰ ਗਏ ਜਾਂ ਉਹਦੇ 'ਚ ਇਹਦੀ ਐਜੂਕੇਸ਼ਨ ਦੇ ਪੈਸੇ ਲੱਗੇ ਆ। ਕਿ ਆਪਾਂ ਜਦੋਂ ਪੈਸੇ ਇਕੱਠੇ ਕੀਤੇ ਸੀ ਤੇ ਤੁਹਾਨੂੰ ਇਹੀ ਵਾਅਦਾ ਕੀਤਾ ਸੀ, ਤੁਹਾਨੂੰ ਇਹੀ ਕਿਹਾ ਸੀ ਕਿ ਜੀ this is what they're for, and it's my job, I feel it's my job as well, because I was part of the process, ਹੈ ਨਾ? ਮੇਰੇ ਕਰਕੇ ਤਾਂ ਤੁਸੀਂ ਨੰਬਰ ਕਮਾਏ ਆ, ਜੋ ਮੈਂ ਬੈਠਾ ਸੀਗਾ ਮੈਂ ਹੀ ਤੁਹਾਨੂੰ ਬੇਨਤੀ ਕਰ ਰਿਹਾ ਸੀ ਕਿ ਤੁਸੀਂ ਕਰੋ। ਇਸ ਲਈ ਇਹਦੇ ਵਿੱਚ ਮੈਂ ਹੁਣ ਇਹ ਜ਼ਿੰਮੇਵਾਰੀ ਨੂੰ ਸ਼ਰਕ ਨਹੀਂ ਕਰ ਸਕਦਾ। ਸੁੱਖੀ can't shirk the ਜ਼ਿੰਮੇਵਾਰੀ, ਰਣਧੀਰ can't shirk it, any one of the recognized one crew ਜਿਨ੍ਹਾਂ ਨੂੰ ਆਪਾਂ ਇੱਥੇ ਲਿਆ ਰਹੇ ਹਾਂ in a few minutes, ਉਹਨਾਂ ਨਾਲ ਗੱਲ ਕਰਨੀ, they can't shirk it, ਔਰ ਆਪਾਂ ਇਹ ਜ਼ਿੰਮੇਵਾਰੀ ਤੁਹਾਡੇ ਬਲੈਸਿੰਗਸ ਨਾਲ ਆਪਾਂ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਨਿਭਾਵਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਕਿ where all this money has gone. But like I said, like you've said, there are charity ਦੇ ਨਾਮ ਵਿੱਚ ਕਫਲਾ ਹੁੰਦਾ ਆ, we know that. ਆਪਾਂ ਨਾਈਵ ਨਾ ਬਣੀਏ, there is a lot of fraud that goes on, and a lot of people don't end up receiving
the money. Yeah. And we've seen that with the Shaheed Parivaran Yes, de naal, yes. that so much money has been raised for Shaheed Parivars, yet there are still families in need Yeah. and that they didn't get the money. Mhm. So ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ the needy get the money. That's right. And I suppose that's you're doing the right thing ਕਿ ਤੁਸੀਂ ਇਨਵੈਸਟੀਗੇਟ ਕਰ ਰਹੇ ਹੋ. Yeah. ਤੁਸੀਂ ਹੋਰ ਏਰੀਆ ਵੀ ਕਵਰ ਕਰੋਗੇ, ਹੋਰ ਡਿਸਟ੍ਰਿਕਟ ਵੀ ਪੰਜਾਬ ਦੇ ਕਵਰ ਕਰੋਗੇ? Not only Punjab, ਅਸੀਂ ਹਰਿਆਣਾ ਵੀ, ਯੂਪੀ ਵੀ, ਜਿੱਥੇ ਵੀ ਸ਼ਹੀਦ ਪਰਿਵਾਰ ਹੋਇਆ ਟੋਟਲ ਏਰੀਆ ਟਰਾਈ ਕਰਾਂਗੇ ਕਵਰ ਕਰਨੇ ਨੂੰ। ਤੁਹਾਡੇ ਕੋਲ ਲਿਸਟ ਹੈਗੀ ਆ ਸਾਰਿਆਂ ਦੀ ਹਾਂਜੀ, ਜਿੰਨੇ ਹਾਂਜੀ, ਸ਼ਹੀਦ ਪਰਿਵਾਰ ਹੈਗੇ? ਸਾਰੇ ਟੋਟਲ। ਤੁਸੀਂ ਆਪਣੀ ਟੀਮ 1 by 1 ਉਹਨਾਂ ਦੇ ਘਰਾਂ ਭੇਜ ਰਹੇ ਹੋ? ਅਸੀਂ ਇੱਦਾਂ ਆਰਗੇਨਾਈਜ਼ ਕੀਤਾ, ਅਸੀਂ ਏਰੀਆ ਬਾਈ ਏਰੀਆ ਕੀਤਾ ਆ। ਰਾਈਟ, ਠੀਕ ਹੈ ਜੀ। ਹੁਣ ਉਹ ਏਰੀਆ ਬਾਈ ਏਰੀਆ ਟੀਮ ਜਾਂਦੀ ਆ। ਉਸ ਦਿਨ ਪਿਛਲੇ ਹਫਤੇ ਗਏ ਸੀਗੇ, 10 ਪਰਿਵਾਰ ਕਵਰ ਕੀਤੇ ਸੀਗੇ ਉਸ ਏਰੀਆ ਦੇ ਵਿੱਚ। ਹੁਣ ਇਸ ਵੀਕੇ ਫੇਰ ਜਾਵਾਂਗੇ, ਫੇਰ ਰਿਪੋਰਟ ਸਾਨੂੰ ਮਿਲੇਗੀ ਫੁੱਲ with video, with all the information that we need to make the decisions of how that help's going to be provided. Right, okay. And if somebody wants to help, then how do they get in touch? What do they do if somebody wants to help you? In the terms of any sort of support they want to provide? I think all the information is available on the link below. Okay. So the website is there. The link to continue to donate is still there. And it's still live, है ना? It's still live, correct? Yeah, Okay. Still live, yeah. So the donation ਜੇ ਕਿਸੇ ਨੇ ਡੋਨੇਸ਼ਨ ਕਰਨਾ ਆ, ਲਿੰਕ ਹਲੇ ਸਟਿਲ ਐਕਟਿਵ ਆ, ਤੁਸੀਂ ਡੋਨੇਟ ਕਰ ਸਕਦੇ ਹੋ। ਸ਼ਾਇਦ ਉਸ ਰਾਤ ਨੂੰ ਤੁਸੀਂ ਸ਼ੋਅ ਨਹੀਂ ਦੇਖਿਆ, ਉਹ YouTube ਤੇ ਹੈਗਾ ਆ, ਤੁਸੀਂ ਦੁਬਾਰਾ ਦੇਖ ਸਕਦੇ ਹੋ। all 6 hours of it ਉਹ YouTube ਤੇ ਹੈਗਾ ਆ, ਤੇ ਉਹਦੇ ਵਿੱਚ ਆਪਾਂ ਦੇਖ ਸਕਦੇ ਤੁਸੀਂ। ਐਂਡ ਅੱਗੇ ਵੀ ਜੋ ਸਾਡੇ ਸ਼ੋਅ ਜੋ ਹੈਗੇ ਆ YouTube ਤੇ ਐਵਰੀ ਵੀਕ ਸਕਰੀਨ ਕੀਤੇ ਜਾਓਗੇ। ਤੇ ਧੰਨਵਾਦ ਸਿੱਖ ਚੈਨਲ ਦਾ, ਕਿਉਂਕਿ ਉਹਨਾਂ ਨੇ ਅਗਰੀ ਕੀਤਾ ਕਿ ਆਪਾਂ ਵੀ ਤੁਹਾਡੇ ਸ਼ੋਅ ਦਿਖਾਵਾਂਗੇ, ਤੇ ਉਹਨਾਂ ਨੇ ਵੀ ਸੇਵਾ ਲਈ ਆ। ਤੇ ਬਾਕੀ ਸੁਖੀ all I can say is ਕਿ ਰੱਬ ਤੈਨੂੰ ਸ਼ਕਤੀ ਦੇਵੇ ਐਂਡ ਅਕਲ ਦੇਵੇ ਐਂਡ ਸਮਤ ਦੇਵੇ to carry on with this and do actually what we say we're going to do. ਹੈ ਨਾ? Because ਆਪਾਂ ਇੱਕ ਹਿੱਸਾ ਆ, but the executive arm is you've got to execute all of this. So I'm just saying, I hope it all goes well, and ਆਪਾਂ please keep us updated. Yeah. ਹੈ ਨਾ? ਆਪਾਂ ਨੂੰ every week ਤੁਸੀਂ ਦੱਸੋ ਕਿ ਆਪਾਂ ਕੀ ਕਰ ਰਹੇ ਕੀ ਨਹੀਂ। ਸੰਗਤ ਦਾ deserve to know. Yeah, yeah. and ਆਪਾਂ ਇਹੀ ਚਾਹੁੰਦੇ ਆ ਕਿ ਸੰਗਤ ਨੂੰ ਆਪਾਂ in touch ਰੱਖੀਏ। ਉਹਨਾਂ you know how hard it is in COVID times to spare money. ਆਪਾਂ we're going through the same thing. ਹੈ ਨਾ? And it's a fantastic cause, and I hope it really goes well for you. And shabash ਤੁਹਾਡੇ, you thought of this and you're doing this. And ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, and ਬਹੁਤ ਬਹੁਤ good luck MLSS ਨੂੰ। Okay. ਸੋ ਇਹ ਸੀਗੇ ਸਾਡੇ ਸੁਖਦੀਪ ਸਿੰਘ MLSS ਤੋਂ, ਤੇ ਆਪਾਂ ਹੁਣ ਜਾਵਾਂਗੇ ਬ੍ਰੇਕ ਵੱਲ, ਤੇ ਤੁਹਾਨੂੰ ਮਿਲਦੇ ਹਾਂ ਬ੍ਰੇਕ ਤੋਂ ਬਾਅਦ।